ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਲੋਕ ਮਹੱਲਾ ਨੌਵੇਂ ਕੇ ਸ਼ਲੋਕ 21ਵਾਂ। ਜੇਵਾ ਗੁਣ ਗੋਬਿੰਦ ਭਜੋ ਕਰਨ ਸੁਨੋ ਹਰਿ ਨਾਮ। ਕਉ ਨਾਨਕ ਸੁਨ ਰੇ ਮਨਾ ਪਰੇ ਨ ਜਮ ਕੇ ਤਾਮ। ਜਿਹਵਾ ਗੁਣ ਗੋਬਿੰਦ ਭਜੋ ਕਰਨ ਸੁਨੋ ਹਰਿ ਨਾਮ। ਕਉ ਨਾਨਕ ਸੁਨ ਰੇ ਮਨਾ ਪਰੇ ਨ ਜਮ ਕੇ ਤਾਮ। ਸਤਿਗੁਰ ਸਿੱਖ ਸੰਗਤ ਨੂੰ ਸਮਝਾਉਂਦੇ ਨੇ, ਜੇਵਾ ਤੋਂ ਭਾਵ ਬੁੱਧੀ, ਬੁੱਧੀਮਾਨ ਨੂੰ ਸੰਬੋਧਨ ਕਰਦੀ ਹੈ ਮਨਾ। ਆਪਾਂ ਗੋਬਿੰਦ ਦੇ ਗੁਣ ਗਾਈਏ, ਗੋਬਿੰਦ ਦਾ ਜਸ ਗਾਈਏ। ਸਾਨੂੰ ਇਹ ਮਨੁੱਖਾ ਦਈ ਉਹਦੀ ਕਿਰਪਾ ਨਾਲ ਮਿਲੀ ਹੈ। ਭਜੋ ਤੋਂ ਭਾਵ ਜੁੜਨਾ ਹੈ ਗੋਬਿੰਦ ਨਾਲ। ਕਰਨ ਸੁਨੋ ਹਰਿ ਨਾਮ, ਜਿਹੜੇ ਅੰਦਰ ਧਿਆਨ ਕਰਨਾ ਸੀ, ਸੁਣਨਾ ਵਾ ਨਾਮ। ਇਹ ਸਾਰਾ ਹੀ ਧਿਆਨ ਦਾ ਵਿਸ਼ਾ ਵਾ। ਗੁਰਬਾਣੀ ਨੂੰ ਸਮਝਣਾ, ਸਮਝ ਕੇ ਜੋ ਗਿਆਨ ਪ੍ਰਾਪਤ ਕਰਨਾ ਹੈ, ਉਹ ਪਹਿਲਾ ਪਦਾਰਥ ਹੈ। ਜਦੋਂ ਸਾਨੂੰ ਉਹ ਪਹਿਲਾ ਪਦਾਰਥ ਮਿਲਦਾ ਵਾ, ਗਿਆਨ ਦੇ ਨਾਲ ਸਾਨੂੰ ਮੁਕਤੀ ਮਿਲ ਜਾਂਦੀ ਹੈ, ਮਨ ਥਿਰ ਹੋ ਜਾਂਦਾ ਹੈ। ਥਿਰ ਕਰ ਵੈਸੋ ਹਰਿ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰ। ਉਸ ਸਮੇਂ ਤੋਂ ਬਾਅਦ, ਉਸ ਅਵਸਥਾ ਤੋਂ ਬਾਅਦ ਸਾਡਾ ਇਹ ਕਾਰਜ ਸ਼ੁਰੂ ਹੁੰਦਾ ਵਾ। ਪਹਿਲਾਂ ਜਿੰਨੇ ਵੀ ਅਸੀਂ ਧਰਮ ਕਰਮ ਕਰਦੇ ਆਏ ਹਾਂ, ਪਿੱਛੇ ਔਰ ਕਰਦੇ ਰਹਿਣਗੇ, ਸੰਸਾਰ ਐਂ ਚੱਲਦਾ ਰਹਿੰਦਾ ਵਾ। ਪਰ ਜਦੋਂ ਅਸੀਂ ਗੁਰ ਸ਼ਬਦ ਨਾਲ ਜੁੜ ਜਾਂਦੇ ਹਾਂ, ਗੁਰ ਸ਼ਬਦ ਦੀ ਕਮਾਈ ਕਰਦੇ ਹਾਂ, ਕੋਈ ਵੀ ਸਿੱਖ ਸੰਗਤ ਜੋ ਜੋ ਜਪੇ ਤਿਸ ਕੀ ਗਤ ਹੋਏ, ਚੌਂ ਵਰਨਾ ਕੋ ਉਪਦੇਸ਼ ਸਾਂਝਾ। ਸਾਰਿਆਂ ਨੂੰ ਇੱਕੋ ਜਿਹਾ ਉਪਦੇਸ਼ ਹੈ, ਸਰਬ ਸਾਂਝੀ ਗੁਰਬਾਣੀ ਹੈ। ਇਹ ਆਤਮਿਕ ਸੁੱਖ ਲਈ ਹੈ। ਅਸੀਂ ਸੰਸਾਰ 'ਚ ਜਿੰਨੇ ਮਰਜ਼ੀ ਉੱਚੇ ਪਦ, ਰਾਜ ਪਾਟ ਬੜੀ ਦੂਰ ਦੂਰ ਤੱਕ ਆਪਦਾ ਕਰ ਲਈਏ, ਰਾਜ ਕਾਇਮ ਕਰ ਲਈਏ, ਸੰਸਾਰ ਸਾਡੀ ਸ਼ੋਭਾ ਕਰਦਾ ਹੋਵੇ, ਸਾਡੇ ਨਾਲ ਸਾਰਾ ਵੀ ਕਿਉਂ ਨਾ ਚੱਲਦਾ ਹੋਵੇ, ਪਰ ਜੇ ਅਸੀਂ ਨਾਮ ਦੀ ਪ੍ਰਾਪਤੀ ਨਾ ਕੀਤੀ, ਸਾਡਾ ਸਾਰਾ ਜੀਵਨ ਐਂ ਚਲਿਆ ਜਾਂਦਾ ਵਾ। ਰਾਜਾ ਪਰਜਾ ਸਭ ਕਰ ਮਾਰੇ, ਐਸੋ ਕਾਲ ਬਡਾਨੀ ਦੇ। ਕਾਲ ਦਾ ਰੂਪ ਹੈ, ਉਹ ਨਹੀਂ ਬਖਸ਼ਦਾ ਭਾਈ। ਚਾਹੇ ਅਸੀਂ ਸੰਸਾਰ 'ਚ ਕਿੱਡੇ ਵੀ ਉੱਚੇ ਉਹਦੇ 'ਤੇ ਹੋਈਏ, ਉੱਚੀਆਂ ਪਦਵੀਆਂ 'ਤੇ ਹੋਈਏ, ਸੰਸਾਰ ਸਾਰਾ ਸਾਡਾ ਜਸ ਕਰਦਾ ਹੈ। ਆਪਾਂ ਸਤਿਗੁਰਾਂ ਦੇ ਵਚਨ ਲੈ ਲੈਂਦੇ। ਜੇ ਜੁਗ ਚਾਰੇ ਆਰਜਾਂ ਹੂੰ ਦਸੋਣੀ ਹੋਏ, ਨਵ ਖੰਡਾਂ ਵਿੱਚ ਆਣੀਏ ਨਾਲ ਚਲੇ ਸਭ ਕੋਏ। ਚੰਗਾ ਨਾਉ ਰਖਾਏ ਕੇ ਜਸ ਕਿਰਤ ਜਗਲੇ, ਜੇ ਤਿਸ ਨਜ਼ਰ ਨਾ ਆਵੇ ਤਾਂ ਬਾਤ ਨਾ ਪੁੱਛੇ ਕਿ ਕੀਟਾ ਅੰਦਰ ਕੀਟ ਕਰ ਦੋਸ਼ੀ। ਦੋਸ਼ ਤਰੇ ਦੋਸ਼ੀ ਪਾਏ ਗਏ ਅਸੀਂ, ਸਾਨੂੰ ਸਜ਼ਾ ਮਿਲੂਗੀ। 84 ਲੱਖ ਜੂਨੀ ਨੂੰ ਸਾਨੂੰ ਫਿਰ ਜਾਣਾ ਪਊਗਾ। ਆਪਾਂ ਰਹਿ ਰਾ ਸਤਿਗੁਰਾਂ ਦੇ ਵਚਨ ਲੈ ਲਏ। ਦੁੱਖ ਤਾਰੂ ਸੁੱਖ ਰੋਗ ਪਿਆ। ਜਿਹੜੇ ਸੰਸਾਰੀ ਸੁੱਖਾਂ ਨੂੰ ਅਸੀਂ ਸੁੱਖ ਮੰਨੀ ਬੈਠੇ ਹਾਂ, ਉਹ ਸਰੀਰ ਕਰਕੇ ਨੇ। ਉਹ ਤਾਂ ਕਿਸੇ ਨੂੰ ਥੋੜ੍ਹੇ, ਕਿਸੇ ਨੂੰ ਜ਼ਿਆਦਾ, ਜੋ ਉਹਦੇ ਬਣਦੇ ਆ ਉਹਨੂੰ ਮਿਲਦੇ ਹੀ ਹੈ। ਜਿਹੋ ਜਿਹਾ ਉਹਦਾ ਜਨਮ ਹੁੰਦਾ, ਜਿਹੋ ਜਿਹੀ ਉਹਦੀ ਸੰਗਤ ਹੁੰਦੀ ਹੈ, ਉਹੋ ਜਿਹੇ ਉਹਨੂੰ ਪ੍ਰਾਪਤ ਹੁੰਦੇ ਰਹਿੰਦੇ ਨੇ। ਪਰ ਭਾਗਾਂ ਨਾਲ ਸਾਨੂੰ ਜਦੋਂ ਗੁਰਸ਼ਬਦ ਦੀ ਸੰਗਤ ਪ੍ਰਾਪਤ ਹੁੰਦੀ ਹੈ, ਫਿਰ ਸਾਨੂੰ ਇਹ ਸਾਰੀ ਖੇਲ ਸਮਝ ਆਉਂਦੀ ਹੈ ਵੀ ਅਸੀਂ ਤਾਂ ਸਮਾਂ ਇਹੀ ਕੱਢਤਾ। ਗੁਣ ਤਾਂ ਗੋਬਿੰਦ ਦੇ ਗਾਉਣੇ ਸੀਗੇ, ਪਰ ਅਸੀਂ ਤਾਂ ਆਪਦੇ ਗਵਾਉਣ ਲੱਗ ਗਏ। ਬਿਰਧ ਪਿਓ ਸੂਝੇ ਨਹੀਂ, ਕਾਲ ਪਹੁੰਚਿਓ ਆ। ਕੋਈ ਸਤਿਗੁਰ ਸਮਝਾਇਆ ਜਪਜੀ ਸਾਹਿਬ ਦੇ ਵਿੱਚ ਵੀ ਸੰਸਾਰ ਤੁਹਾਨੂੰ ਕਿੱਡਾ ਵੱਡਾ ਵੀ ਮੰਨਦਾ ਹੋਵੇ, ਸਾਰਾ ਸੰਸਾਰ ਤੁਹਾਡਾ ਜਸ ਕਰਦਾ ਹੋਵੇ, ਦੇਖਦੇ ਹੀ ਆਪਾਂ, ਇੰਨਾ ਕੁ ਤਾਂ ਆਪਾਂ ਨੂੰ ਗਿਆਨ ਹੁੰਦਾ ਹੀ ਹੈ। ਫਿਰ ਉਹਨਾਂ ਦਾ ਕੈਸਾ ਸਮਾਂ ਆ ਜਾਂਦਾ ਹੈ, ਐਨੀ ਕੁ ਤਾਂ ਆਪਾਂ ਨੂੰ ਸਮਝ ਹੈ। ਐਸੀ ਕਾਲ ਚਪੇੜ ਮਾਰਦਾ ਕਿਸੇ ਦੀ ਨਹੀਂ ਚੱਲਦੀ। ਆਪਾਂ ਸਤਿਗੁਰਾਂ ਦੇ ਵਚਨ ਲੈਂਦੇ ਹਾਂ ਸੁਖਮਨੀ ਸਾਹਿਬ ਦੇ। ਸੰਤ ਕੇ ਦੋਖੀ ਕੋ ਦਰਗੇ ਮਿਲੇ ਸਜਾਏ। ਦਰਗਾਹ 'ਚੋਂ ਇਹ ਸਾਰਾ ਜਿਹੜਾ ਹੁਕਮ ਆਉਂਦਾ ਹੈ, ਉੱਥੋਂ ਹੀ ਸਜ਼ਾ ਮਿਲਦੀ ਹੈ। ਇਹ ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ ਹੈ। ਇੱਥੇ ਝੂਠ ਚੱਲਦਾ ਹੈ, ਸੱਚ ਦੇਖਦਾ ਰਹਿੰਦਾ ਹੈ। ਆਪਾਂ ਜਪਜੀ ਸਾਹਿਬ ਸਤਿਗੁਰਾਂ ਦੇ ਵਚਨ ਲੈ ਲੈਂਦੇ ਹਾਂ। ਉਹ ਵੇਖੇ ਉਹਨਾਂ ਨਜ਼ਰ ਨਾ ਆਵੇ। ਜੀਵਾਂ ਨੂੰ ਅਸੀਂ ਅੰਨੇ, ਸਾਨੂੰ ਨਹੀਂ ਦੀਂਦਾ। ਅਸੀਂ ਅੱਖਾਂ ਨਾਲ ਦਰਸ਼ਨ ਕਰਨਾ ਚਾਹੁੰਦੇ ਹਾਂ, ਕੰਨਾਂ ਨਾਲ ਉਹਨੂੰ ਸੁਣਨਾ ਚਾਹੁੰਦੇ ਹਾਂ। ਨਾ ਤਾਂ ਇਹ ਅੱਖਾਂ ਨਾਲ ਉਹਦਾ ਦਰਸ਼ਨ ਹੁੰਦਾ ਹੈ, ਨਾ ਉਹ ਕੰਨਾਂ ਨਾਲ ਸੁਣਿਆ ਜਾਂਦਾ ਹੈ।
ਆਪਾਂ ਸੁਖਣੀ ਸਾਹਿਬ ਸਤਿਗੁਰਾਂ ਦੇ ਵਚਨ ਲੈ ਲੈਂਦੇ ਹਾਂ। ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੇਂ ਇਸਕਾ ਵਿਸ਼ਰਾਮ। ਸਦੀਆਂ ਤੋਂ ਪ੍ਰਚਲਿਤ ਮੱਤਾਂ ਹਟ ਜੋ ਕਰਦੀਆਂ ਆਈਆਂ, ਸਰੀਰ 'ਚ ਲੱਭਦੇ ਰਹੇ। ਇਹ ਸਰੀਰ ਦੇ ਵਿੱਚ ਨਹੀਂ ਹੁੰਦਾ, ਇਹ ਸਰੀਰ ਦੇ ਵਿੱਚ ਜੋ ਅਸੀਂ ਖਾਂਦੇ ਹਾਂ ਉਹ ਹੁੰਦਾ। ਸਾਡਾ ਹਾਰਟ ਚੱਲਦਾ, ਫੇਫੜਿਆਂ ਦੀ ਆਵਾਜ਼ ਹੈ, ਅਸੀਂ ਉਹਦੇ ਨਾਲ ਜੁੜ ਜਾਂਦੇ ਹਾਂ। ਸਮਾਧੀਆਂ ਵੀ ਲਾਉਂਦੇ ਰਹੇ, ਉਹਨੂੰ ਸ਼ਬਦ ਦਾ ਰੂਪ ਦਿੱਤਾ। ਸਿੱਧ ਵੀ ਇਹੀ ਗੱਲ ਕਹਿੰਦੇ ਸੀ, ਪਰ ਸਤਿਗੁਰਾਂ ਜਦੋਂ ਸਮਝਾਇਆ ਫਿਰ ਉਹ ਮੰਨ ਗਏ। ਗਿਆਨ ਤੋਂ ਬਿਨਾਂ ਮਨ ਨਹੀਂ ਮੰਨਦਾ। ਉਹ ਕਬੀਰ ਜਬ ਜਾਣਿਆ ਤਾਂ ਮਨ ਮਾਨਿਆ। ਅਸੀਂ ਜਿੰਨੇ ਕਰਮ ਧਰਮ ਕਰਦੇ ਹਾਂ ਸਾਰੇ ਸਰੀਰ ਕਰਕੇ ਆ, ਸੇਵਾ ਸਮਝੀ ਬੈਠੇ ਹਾਂ ਸਾਰੇ, ਤਾਂ ਉਹਦਾ ਫਰਜ਼ ਹੈ। ਜਿਹੜੇ ਗੁਰਸਿੱਖ ਇਹਨੂੰ ਸਮਝਦੇ ਨੇ ਸਮਾਜ ਸੇਵਾ ਨੂੰ ਧਰਮ, ਉਹ ਭਰਮ ਹੈ, ਉਹ ਕਰਨੇ ਨੇ, ਅਸੀਂ ਸਾਰੇ ਹੀ ਕਰਨੇ ਨੇ। ਸਾਰੀ ਸਿਰਜਣਹਾਰ ਕੀ ਜਾਣੇ ਨਹੀਂ ਕੋਈ, ਸਾਰਾ ਕੁਛ ਤਾਂ ਉਹਨੇ ਬਣਾਇਆ ਵਾ। ਜੇ ਸਾਨੂੰ ਸੇਵਾ ਦਾ ਮੌਕਾ ਮਿਲਿਆ ਫਰਜ਼ ਨਿਭਾਉਣ ਦਾ, ਤਾਂ ਅਸੀਂ ਭਾਗਾਂ ਵਾਲੇ ਹਾਂ ਭਾਈ। ਇਹ ਤਾਂ ਕਰਨੀਆਂ ਨੇ, ਪਰ ਇਹਨੂੰ ਧਰਮ ਨਹੀਂ ਮੰਨਣਾ ਹੈ। ਧਰਮ ਕੀ ਹੁੰਦਾ ਉਹੀ ਤਾਂ ਆਪਾਂ ਵਿਚਾਰਨਾ ਵਾ। ਇਹ ਸਾਨੂੰ ਗੁਰੂ ਬਾਣੀ ਤੋਂ ਹੀ ਪਤਾ ਲੱਗਣਾ ਵਾ। ਜਦੋਂ ਅਸੀਂ ਗੁਰੂ ਭਗਤਾਂ ਦੇ ਦਰਸਾਏ ਰਾਹ 'ਤੇ ਚੱਲਾਂਗੇ, ਬਾਣੀ ਨੂੰ ਸੱਤ ਕਰਕੇ ਮੰਨਾਂਗੇ, ਫਿਰ ਸਾਨੂੰ ਸਮਝ ਆਉਣੀ ਹੈ ਵੀ ਸਾਡਾ ਸੰਸਾਰ 'ਤੇ ਆਉਣ ਦਾ ਕੀ ਕਾਰਨ ਹੈ। ਸਤਿਗੁਰ ਆਇਓ ਸ਼ਰਨ ਤੁਮਾਰੀ। ਸਤਿਗੁਰ ਦੀ ਸ਼ਰਨ ਜਾਣਾ, ਸੱਚ ਦਾ ਗਿਆਨ ਲੈ ਕੇ ਅੰਤਰਾਤਮਾ ਦੀ ਆਵਾਜ਼ ਨੂੰ ਸਤਿਗੁਰ ਕਿਹਾ ਹੋਇਆ। ਉਹਨੂੰ ਗੁਰ ਵੀ ਕਿਹਾ, ਗੁਰ ਮੇਰੇ ਸੰਗ ਸਦਾ ਹੈ ਨਾਲੇ। ਉਹਨੂੰ ਦੇਵ ਵੀ ਕਿਹਾ ਹੈ, ਅੰਤਰ ਦੇਵ ਨਾ ਜਾਣੇ ਅੰਦਰ। ਜਦ ਤੱਕ ਆਤਮਾ ਪ੍ਰਾਤਮਾ ਇੱਕ ਨਹੀਂ ਹੁੰਦੀ, ਇਹਦੀ ਗਤੀ ਨਹੀਂ ਹੁੰਦੀ, ਭਗਤੀ ਕਿਵੇਂ ਸ਼ੁਰੂ ਹੋਊਗੀ। ਜੇਵਾ ਗੋਬਿੰਦ ਗੁਣ ਕਿਵੇਂ ਗਾਊਗੀ, ਇਹ ਤਾਂ ਆਪਦੇ ਗਵਾਊਗੀ। ਉਹ ਆਪਾਂ ਦੇਖ ਹੀ ਰਹੀਆਂ, ਸਾਰੇ ਆਪਦੇ ਗੁਣ ਗਵਾਉਂਦੇ ਨੇ। ਜੇ ਯੁਗ ਚਾਰੇ ਆਰਜਾਂ ਹੁਣ ਸੋਹਣੀਆਂ, ਸਿੱਧ ਵੀ ਇਹੀ ਕਹਿੰਦੇ 4 ਯੁੱਗਾਂ ਦੀ ਉਮਰ ਅਸੀਂ ਕਰ ਲੈਂਦੇ ਹਾਂ। ਉਹ ਭਾਈ 4 ਯੁੱਗਾਂ ਦੀ ਉਮਰ ਸਰੀਰ ਦੀ ਕਿਵੇਂ ਹੋ ਜਾਊਗੀ। ਯੁੱਗ ਤਾਂ ਸਮਾਂ ਹੁੰਦਾ ਵਾ, ਉਹਨੂੰ ਵੀ ਜਿਹੜਾ ਹੈਗਾ ਸਮਿਆਂ ਨੂੰ ਯੁੱਗ ਬਣਾ ਕੇ ਐਸੇ ਤਰੀਕੇ ਨਾਲ ਮਨ ਸ਼ੈਤਾਨ ਨੇ ਪੇਸ਼ ਕੀਤਾ, ਸਾਰੇ ਲੋਕ ਉਹਨੂੰ ਮੰਨੀ ਜਾਂਦੇ ਨੇ। ਯੁੱਗ ਤੋਂ ਭਾਵ ਹੁੰਦਾ ਸਮਾਂ। ਜਿਵੇਂ ਆਤਮਾ ਆਪਣਾ ਪ੍ਰਾਤਮਾ ਆਪਦੇ ਮੂਲ ਨੂੰ ਟੁੱਟ ਕੇ ਆਉਂਦੀ ਹੈ ਸਤਿਯੁਗ 'ਚੋਂ, ਫਿਰ ਇਹ ਤ੍ਰੇਤਾ ਆ ਜਾਂਦਾ ਜੋ ਟੁੱਟਦੀ ਹੈ, ਉਹਨੂੰ ਦੇਵਲੋਕ ਕਹਿੰਦੇ ਨੇ। ਸਰੀਰ ਨਹੀਂ ਹੁੰਦਾ ਉੱਥੇ, ਜੋਤ ਹੀ ਹੈ। ਤ੍ਰੇਤੇ ਰਥ ਜਤੇ ਕਾ, ਯਤਨ ਕਰਦੀ ਹੈ ਸਰੀਰ ਖਾਤਰ, ਭਗਤੀ ਕਰਦੀ ਹੈ। ਇਸ ਦੇਹੀ ਕੋ ਤਰਸੇ ਦੇਵ, ਦੇਹੀ ਭਜ ਹਰ ਕੀ ਸੇਵ। ਫਿਰ ਉਹਦੀ ਕੁਦਰਤ ਦੀ ਕਿਰਪਾ ਰਹਿਮਤ ਹੁੰਦੀ ਹੈ। ਕੁਦਰਤ ਤੋਂ ਭਾਵ ਹੁਕਮ, ਉਹੀ ਤਾਂ ਨਾਮ ਹੈ। ਨਾਮ ਨਾਲ ਸ੍ਰਿਸ਼ਟੀ ਪੈਦਾ ਹੁੰਦੀ ਹੈ। ਨਾਮ ਮੇ ਹੀ ਉਤਪਤ, ਨਾਮ ਮੇ ਹੀ ਪਰਲੋ। ਪਰ ਅਸੀਂ ਤਾਂ ਨਾਮ ਵੀ ਲਈ ਜਾਂਦੇ ਹਾਂ, ਸਾਰਾ ਕੁਛ ਇਹ ਕਰੀ ਜਾਂਦੇ, ਸਾਰੀਆਂ ਡਿਗਰੀਆਂ ਪ੍ਰਾਪਤ ਕਰੀ ਬੈਠੇ ਹਾਂ ਅਸੀਂ ਸਰੀਰ ਕਰਕੇ। ਭਗਤ ਕਬੀਰ ਜੀ ਕਹਿੰਦੇ ਨੇ, ਮਨ ਜਾਣਤ ਸਭ ਬਾਤ, ਜਾਣਤ ਹੀ ਔਗਣ ਕਰੇ। ਜਾਣਦਾ ਵਾ ਮੇਰੇ ਕੋਲੇ ਕੁਛ ਨਹੀਂ, ਫਿਰ ਵੀ ਨਹੀਂ ਮੰਨਦਾ। ਕਿਉਂ ਨਹੀਂ ਮੰਨਦਾ? ਸੱਚ ਦਾ ਗਿਆਨ ਨਹੀਂ ਇਹਨੂੰ ਹੋਇਆ। ਕਾਹੇ ਕੀ ਕੁਸਲਾਤ ਹਾਥ ਦੀਪ ਲੈ ਕੂਏ ਕਰੇ। ਐਡੇ ਐਡੇ ਧਰਮ ਗੁਰੂ ਬਣ ਕੇ ਮਨ ਜਾਂਦਾ ਕਿੱਥੇ ਨੂੰ ਆ, ਖੂਚ ਨੂੰ ਕੂਪ ਗਿਰੇ। ਫਿਰ ਕਾਹਦਾ ਧਰਮੀ ਹੋਇਆ? ਸਹਿ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਸਾਡੀ ਸਿਆਣਪ ਨਹੀਂ ਚੱਲਦੀ ਜਦੋਂ ਕਾਲ ਆਉਂਦਾ। ਆਓ ਸਾਰੇ ਮਿਲ ਕੇ ਆਪਾਂ ਇਹਨੂੰ ਗੁਰਬਾਣੀ ਨੂੰ ਵਿਚਾਰੀਏ। ਸਾਡੀ ਜੇਵਾ ਤੋਂ ਭਾਵ ਬੁੱਧੀ, ਅਸੀਂ ਵੀ ਗੋਬਿੰਦ ਦੇ ਗੁਣ ਗਾਈਏ। ਗੋਬਿੰਦ ਦੇ ਗੁਣ ਕੀ ਆਪਾਂ ਅੱਗੇ ਵਿਚਾਰ ਕਰਦੇ ਹਾਂ। ਜੇ ਯੁੱਗ ਚਾਰੇ ਆਰ ਸਤਿਗੁਰ ਸਮਝਾਉਂਦੇ ਨੇ 4 ਯੁੱਗਾਂ ਦੀ ਉਮਰ ਕਿਵੇਂ ਹੋ ਜੂ ਭਾਈ? 4 ਯੁੱਗਾਂ ਦੀ ਉਮਰ ਤਾਂ ਸਤਿਯੁਗ ਵਾਲਿਆਂ ਦੀ ਆ, ਹਮੇਸ਼ਾ ਹੀ ਰਹਿੰਦੀ ਆ। 3 ਯੁੱਗ ਉਹਨਾਂ ਦੇ ਸਾਹਮਣੇ ਜੰਮਦੇ ਮਰਦੇ ਰਹਿੰਦੇ ਨੇ। ਜੰਮਣਾ ਮਰਨਾ ਹੁਕਮ ਹੈ। ਹੁਕਮ ਵਾਲਿਆਂ ਦੀ 4 ਯੁੱਗਾਂ ਦੀ ਉਮਰ ਹੈ। ਸਮਾਂ ਮਤਲਬ ਉਹਨਾਂ 'ਤੇ ਅਸਰ ਹੀ ਨਹੀਂ ਸਮੇਂ ਦਾ, ਨਾ ਉੱਥੇ ਕੋਈ ਜੰਮਣ ਬਣਨਾ ਹੈ। ਨਾਨਕ ਵੱਧਾ ਘਰ ਤਹਾਂ ਜਿ ਨਾ ਮਿਰਤ ਜਨਮ ਨਾ ਜਰਾ, ਉੱਥੇ ਜੰਮਣ ਮਰਨ ਨਹੀਂ ਹੈਗਾ। ਸਤਿਯੁਗ 'ਚ ਜੋ ਟੁੱਟਦੀ ਹੈ ਆਤਮਾ ਪ੍ਰਾਤਮਾ ਨਾਲੋਂ ਡਿਵਾਈਡ ਹੁੰਦੀ ਹੈ, ਫਿਰ ਇਹ ਦੇਵਲੋਕ ਆਉਂਦਾ। ਇਹਨੂੰ ਤ੍ਰੇਤਾ ਕਿਹਾ ਆ। ਤ੍ਰੇਤੇ 'ਚ ਰਾਮ ਆ, ਇਹੀ ਤਾਂ ਰਾਮ ਆ, ਕੱਢਿਆ ਗਿਆ ਸੱਚਖੰਡ 'ਚੋਂ। ਜੇ ਆਪਾਂ ਬਾਹਰਲਾ ਰਮਾਇਣ ਦੀ ਵਿਚਾਰ ਵੀ ਲਈਏ ਤਾਂ ਉਹਨੂੰ ਵੀ ਬਨਵਾਸ ਦਿੱਤਾ ਗਿਆ, ਪਰ ਉਹ ਆਪਣਾ ਵਿਸ਼ਾ ਨਹੀਂ ਹੈਗਾ। ਆਪਣਾ ਵਿਸ਼ਾ ਵਾ ਸਤਿਗੁਰਾਂ ਦਾ ਵਿਸ਼ਾ ਵਾ, ਗੁਰਬਾਣੀ ਦਾ ਇੱਕ ਹੀ ਵਿਸ਼ਾ ਹੈ, ਟਾਰਗੇਟ ਹੈ ਆਤਮਾ ਨੂੰ ਪ੍ਰਾਤਮਾ ਦੇ ਵਿੱਚ ਸਮਾਉਣਾ, ਆਪਦੇ ਮੂਲ ਦਾ ਦਰਸ਼ਨ ਕਰਾਉਣਾ। ਬਾਣੀ ਹਰ ਦਰਸ਼ਨ ਹੈ। ਹਰ ਬਿਸਰਤ ਸਦਾ ਖਵਾਰੀ, ਹਰ ਨੂੰ ਆਤਮਾ ਵਿਛੜ ਗਈ ਹੈ। ਹੁਣ ਇਹਨੇ ਪ੍ਰਾਤਮਾ ਦਾ ਦਰਸ਼ਨ ਕਰਨਾ, ਉਹੀ ਤਾਂ ਗੋਬਿੰਦ ਹੈ। ਪਰ ਜਦ ਤੱਕ ਉਹਦਾ ਦਰਸ਼ਨ ਨਹੀਂ ਕਰਦੀ, ਇੱਕ ਨਹੀਂ ਹੁੰਦੀ, ਗੋਬਿੰਦ ਦੇ ਗੁਣ ਕਿਵੇਂ ਗਾਊਗੀ? ਤਾਂ ਆਪਦੇ ਗਵਾਊਗੀ। ਸਤਿਗੁਰੂ ਸਮਝਾਉਂਦੇ ਨੇ,
ਜੇਵਾ ਗੁਣ ਗੋਬਿੰਦ ਭਜੋ। ਪਹਿਲਾਂ ਜਿਹੜੇ ਅਸੀਂ ਕਰਮ ਧਰਮ ਕਰਦੇ ਹਾਂ ਸਰੀਰ ਕਰਕੇ, ਅਸੀਂ ਉਹ ਮੂੰਹ ਦੇ ਰਾਹੀਂ ਉੱਚ ਉਚਾਰਨ ਕਰਦੇ ਹਾਂ, ਰਟਨ ਯੋਗ ਵੀ ਕਰਦੇ, ਉਹ ਸਾਰੇ ਧਰਮ ਕਰਮ ਪਖੰਡ ਜੋ ਦਿਸੇ ਜੰਮ ਜਗਾਤੀ ਲੁੱਟੇ, ਇੱਥੇ ਹੀ ਰਹਿੰਦੇ ਨੇ, ਕਾਲ ਛੱਡਦਾ ਨਹੀਂ। ਇੰਨਾ ਕੁ ਤਾਂ ਸਾਨੂੰ ਸਮਝ ਆ, ਦੇਖਦੇ ਹੀ ਆ ਸਾਰੇ ਕੀ ਹੋ ਰਿਹਾ ਵਾ। ਆਓ ਆਪਾਂ ਨੂੰ ਵੀ ਇਹ ਅਵਸਥਾ ਪ੍ਰਾਪਤ ਹੋਵੇ, ਆਪਾਂ ਵੀ ਪ੍ਰਾਤਮਾ ਦਾ ਦਰਸ਼ਨ ਕਰੀਏ। ਨਦੀਆਂ ਪਵਹਿ ਸਮੁੰਦਰ ਨਾ ਜਾਣੀਏ, ਨਦੀਆਂ ਨਾਲੇ ਨਹੀਂ ਜਾਣਦੇ ਸਮੁੰਦਰ ਨੂੰ, ਪਰ ਜਾ ਰਹੇ ਨੇ। ਨੀਮਾ ਹੋ ਕੇ ਅਸੀਂ ਚੱਲਣਾ ਵਾ, ਹੋਏ ਨਿਮਾਣਾ ਜਗ ਰਹੇ, ਦਰਗੇ ਮਾਣ ਨਿਮਾਣਾ ਪਾਵੇ। ਸਤਿਗੁਰਾਂ ਭਗਤਾਂ ਦੇ ਦਰਸਾਏ ਰਾਹ 'ਤੇ ਚੱਲ ਕੇ ਅਸੀਂ ਵੀ ਆਪਦੇ ਘਰ ਪਹੁੰਚਣਾ, ਜਿਵੇਂ ਨਦੀਆਂ ਨਾਲੇ ਪਹੁੰਚ ਜਾਂਦੇ ਨੇ, ਸਮੁੰਦਰ ਦਾ ਰੂਪ ਹੋ ਜਾਂਦੇ ਨੇ। ਉਹੀ ਸਤਿਗੁਰ ਸਮਝਾਉਂਦੇ ਨੇ, ਜਿਹੜੇ ਜੇਵਾ ਗੁਣ ਗੋਬਿੰਦ ਭਜੋ, ਕਰਨ ਸੁਨੋ ਹਰਨਾਮ, ਕਹੋ ਨਾਨਕ ਸੁਣ ਰੇ ਮਨਾ, ਪਰੇ ਨਾ ਜਮ ਕੇ ਧਾਮ। ਜਮਾਂ ਤੋਂ ਖਹਿੜਾ ਛੁੱਟ ਜਾਂਦਾ ਹੈ, ਉਹ ਆਪਦੇ ਘਰ ਪਹੁੰਚ ਜਾਂਦੇ ਨੇ। ਪਰ ਅਸੀਂ ਇਹ ਅਵਸਥਾ ਤਾਂ ਪ੍ਰਾਪਤ ਕਰੀਏ। ਸਤਿਗੁਰ ਕਹਿੰਦੇ ਤੈਨੂੰ ਕਿੰਨਾ ਵੀ ਕੋਈ ਮੰਨਦਾ ਹੋਵੇ, ਜੇ ਜੁਗ ਚਾਰ ਯਾਰ ਜਾਂ ਹੋਂਦ ਸੋਹਣੀ ਹੋਏ, ਤੂੰ ਡਬਲ ਵੀ ਕਰ ਲੈ ਭਾਈ, ਦੁੱਗਣੀ ਕਰ ਲੈ। ਸਾਰਾ ਸੰਸਾਰ ਤੈਨੂੰ ਕਿਉਂ ਨਾ ਮੰਨਦਾ ਹੋਵੇ, ਪਰ ਜੇ ਤੇਰੇ ਤੇ ਨਜ਼ਰ ਨਾ ਹੋਈ, ਨਾਮ ਦੀ ਪ੍ਰਾਪਤੀ ਨਾ ਹੋਈ, ਜਿਹਦੀ ਖਾਤਰ ਜੀਵਨ ਮਿਲਿਆ, ਤੇਰਾ ਸੰਸਾਰ 'ਚ ਆਉਣਾ ਨਿਸਫਲ ਹੋ ਜਾਊਗਾ। ਉਹੀ ਸਤਿਗੁਰ ਸਮਝਾਉਂਦੇ ਨੇ। ਇਹ ਅਵਸਥਾ ਦੇ ਨਾਂ ਨੇ ਯੁੱਗਾਂ ਦੇ। ਫਿਰ ਤ੍ਰੇਤੇ ਤੋਂ ਬਾਅਦ ਦੁਆਪਰ ਆ ਜਾਂਦਾ ਹੈ, ਜੋ ਦੇਹੀ ਖਾਤਰ ਇਹ ਹੱਥਾਂ ਜੋੜੀ ਕਰਦਾ ਹੈ, ਉਹਦੀ ਕਿਰਪਾ ਹੁੰਦੀ ਆ। ਪਹਿਲੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ, ਜਦੋਂ ਪਹਿਲਾ ਪਹਿਰ ਸ਼ੁਰੂ ਹੁੰਦਾ, ਇਹਦਾ ਹੁਕਮ ਹੁੰਦਾ ਹੈ, ਗਰਭ ਦੇ ਵਿੱਚ ਆ ਜਾਂਦਾ। ਇਹਨੂੰ ਦੁਆਪਰ ਕਹਿੰਦੇ ਨੇ। ਇਹ ਵੀ ਅਵਸਥਾ ਦਾ ਨਾਮ ਹੈ, ਸਮੇਂ ਦਾ ਨਾਮ ਹੈ। ਦੁਆਪਰ ਕ੍ਰਿਸ਼ਨ ਮੁਰਾਰ, ਇਹ ਮਨ ਕਾਲਾ ਹੋ ਗਿਆ। ਕਦੋਂ? ਕਾਨ ਕ੍ਰਿਸ਼ਨ ਜਾ ਦਮ ਪਿਆ, ਜਦੋਂ ਇਹਨੂੰ ਦਮ ਆ ਗਿਆ, ਸੰਸਾਰ 'ਚ ਇਹਨੇ ਜਨਮ ਲੈ ਲਿਆ, ਮਾਇਆ ਨੇ ਆਪਣਾ ਖੇਲ ਵਰਤਾਤਾ। ਅਸੀਂ ਗੁਰਬਾਣੀ ਨੂੰ ਗੁਰੂ ਉਪਦੇਸ਼ ਰਾਹੀਂ ਹੀ ਸਮਝਣਾ ਵਾ। ਗੁਰਬਾਣੀ ਦਾ ਉਪਦੇਸ਼ ਦੇ ਕੇ ਅਸੀਂ ਸਮਝਾਉਣਾ, ਪਹਿਲਾਂ ਆਪ ਸਮਝਣਾ ਵਾ। ਸਤਿਗੁਰਾਂ ਦੇ ਵਚਨ ਤੋਂ ਬਾਹਰ ਨਹੀਂ ਜਾਣਾ, ਫਿਰ ਨਹੀਂ ਸਾਨੂੰ ਇਹ ਪ੍ਰਾਪਤੀ ਹੋਣੀ ਹੈਗੀ। ਕਿ ਸਤਿਗੁਰ ਕੀ ਸਮਝਾਉਂਦੇ ਆ? ਜਿਹਵਾ ਗੁਣ ਗੋਬਿੰਦ ਭਜੋ, ਕਰਨ ਸੁਨੋ ਹਰਨਾਮ। ਸਤਿਗੁਰ ਸਮਝਾਉਂਦੇ ਨੇ ਸੁਖਮਨੀ ਸਾਹਿਬ 'ਚ, नौ निदमृत प्रभ का नाम, देही में विश्राम। देही में इसका विश्राम है भाई। आ देही नहीं, मन की देही अंदर जी सानू दींदी नहीं है, काल्पनिक देही ये नाल ही है। साड़ी पिठ की ही उधर बड़ी बड़ी साखियां बनातियां, कहानियां बनातियां, गुरु कन्नी पिठ की है भाई। कोई आ शरीर की गल नहीं, मन पिठ करी बैठा, इनू समझना सी स्थान नू। कबीर बांस बढ़ाई बूढ़िया, यो मत बूढ़ो कोई, चंदन के निकटे बांस बसे, बांस सुगंध ना होए, बड़ा बनदा मारा, वडियाई दा भुखा है मन शैतान, पिठ करी बैठा उधर। जदों गुरु ज्ञान भाव शब्द तो ज्ञान हुंदा है, फिर इस सन्मुख हुंदा है, फिर इत्ते किरपा रहमत हुंदी है, फिर आपदे घर चले जांदा। आपां सुखमनी साहब सतगुरां दे वचन ले लेने। कबू कबू वे साध संगत पावे, उस स्थान ते बोहर ना आवे। बस फिर वापस नहीं आता है, आपदे घर चलिया जाता है। फिर इन लोक परलोक दा राह खुल जाता है। फिर अंदरों सुन के जस करता है किदा, गोबिंद दा। वही सतगुर समझाते हैं, जिहवा गुण गोबिंद भजो, करन सुनो हरनाम। अंदरों ध्यान दे कन, वो ध्यान वाली देही और नाम नूं सुनदा है, कुदरत दा जस करता है। सतगुर समझाते जे कोई ऐसा गुरसिख है, कहो नानक सुन रे मरना, परे न जम के धाम। जम का धाम है संसार, जम मार्ग है, इस तो आपां छुटकारा पाउणा वा। आपां सुखमनी साहब सतगुरां दे वचन ले लीए। नौ निदमृत प्रभ का नाम, देही में इसका विश्राम। सुन्न समाध, जो मन माया तो कल्पना तो रहत हो के सुन्न चला जाता है, फिर वो गुंगे वाली गल हो जाती है। गुंगे गुड़ खाया क्या कहिए, ये ऐसी भगती है, फिर ये बयान तो परे है। कही ना जाई अचरज समाध, हैरान कर देंदी है। वो गुरसिख हैरान हो जाते हैं, असी की समझी बैठे सी, और ये संसार किमें चल रहा है, किमें जीव आ रहे हैं, किमें जा रहे हैं, ये सारे वो हुक्म च आ रहे हैं। हुक्मे अंदर सब को, बाहर हुक्म ना कोई, नानक हुक्मे जे बुझे तो होमे कहे ना। जब तक असीं हुक्म नूं नहीं बुझदे, बाणी हुक्म का जस करदी है, वही तो नाम है। हर कथा सुनते सुनते
ਉਹ ਗੁਰਸਿੱਖ ਸੰਗਤ ਆਤਮਾ ਉਹ ਅਮਰ ਹੋ ਜਾਂਦੀਆਂ ਨੇ, ਜਿਹੜੇ ਗੁਰੂ ਭਗਤਾਂ ਦੇ ਦਰਸਾਏ ਰਾਹ 'ਤੇ ਚੱਲਦੀਆਂ। ਉਹਨਾਂ ਦਾ ਜੰਮਣ ਮਰਨ ਕੱਟਿਆ ਜਾਂਦਾ ਹੈ। ਹੁਕਮ ਭਾਵ ਉਹ ਗੁਰੂ ਦਾ ਦਰਸ਼ਨ ਕਰ ਲੈਂਦੀਆਂ ਨੇ। ਦਰਸ਼ਨ ਪਰਸੀਏ ਗੁਰੂ ਕੇ ਜਨਮ ਮਰਨ ਦੁਖ ਜਾਏ। ਇਹ ਚਾਰ ਪਦਾਰਥ ਜਿਹੜੇ ਜੀਵ ਲੈਣ ਆਇਆ, ਉਹਦੀ ਪ੍ਰਾਪਤੀ ਆਪਾਂ ਕਰਨੀ ਹੈ। ਬਾਣੀ ਸਾਨੂੰ ਦੁੱਖ ਸਾਗਰ 'ਚੋਂ ਕੱਢ ਕੇ ਸੁੱਖ ਸਾਗਰ 'ਚ ਲੈ ਕੇ ਜਾਂਦੀ ਹੈ। ਸੁੱਖ ਸਾਗਰ ਦਾ ਵਾਸੀ ਹੈ ਇਹ। ਦੁੱਖ ਸਾਗਰ 'ਚ ਬੈਠਾ ਹੁਣ ਸੁੱਖ ਭਾਲੀ ਜਾਂਦਾ ਹੈ। ਇਹ ਸੰਸਾਰ ਤਾਂ ਆਪਾਂ ਨੂੰ ਛੱਡਣਾ ਪੈਣਾ ਵਾ। ਬਿਰਧ ਪਿਓ ਸੂਝੇ ਨਹੀਂ ਕਾਲ ਪਹੁੰਚਿਓ, ਹੁਣ ਜਦੋਂ ਸਮਾਂ ਆ ਜਾਣਾ ਤਾਂ ਜਾਣਾ ਹੀ ਪੈਣਾ। ਕਰੂੰ ਅਰਦਾਸ ਗਾਉਂ ਕਿਸ ਬਾਕੀ ਲਿਹੂ ਨਵੇ ਰਾਜ ਕੀ ਰਾਤੀ। ਫਿਰ ਹੱਥਾਂ ਜੋੜੀ ਕਰਾਂਗੇ, ਛੱਡਣਾ ਤਾਂ ਉਹਨੇ ਹੈ ਨਹੀਂ ਗਾ, ਜਾਣਾ ਹੀ ਪੈਣਾ ਵਾ। ਕਿੱਡਾ ਵੱਡਾ ਵੀ ਸੰਸਾਰ ਦੇ ਵਿੱਚ ਰੁਤਬਾ ਪ੍ਰਾਪਤ ਕਰ ਲਵੇ, ਪਰ ਇਹਨੂੰ ਜਾਣਾ ਹੀ ਪੈਂਦਾ ਵਾ। ਕਿਉਂ ਨਾ ਆਪਾਂ ਪਹਿਲਾਂ ਹੀ ਆਪਦੇ ਘਰ ਪਹੁੰਚੀਏ, ਸਤਿਗੁਰੂ ਭਗਤਾਂ ਦਰਸਾਏ ਰਾਹ ਚੱਲ ਕੇ। ਨਦੀਆਂ ਪਵੇ ਸੰਬੰਧ ਨਾ ਜਾਣੀਏ, ਅਸੀਂ ਵੀ ਉਵੇਂ ਚੱਲੀਏ। ਜਿਹੜੀ ਸਾਡੀ ਮਲੀਨਤਾ, ਜਿਵੇਂ ਨਦੀਆਂ ਨਾਲਿਆਂ ਦਾ ਪਾਣੀ ਗੰਦਾ ਹੁੰਦਾ, ਸਮੁੰਦਰ ਜਾ ਕੇ ਉਹਦਾ ਹੀ ਰੂਪ ਬਣ ਜਾਂਦਾ ਹੈ। ਅਸੀਂ ਵੀ ਉਹ ਗੁਰਸਾਗਰ ਦਾ, ਗੁਰੂ ਦਾ ਰੂਪ ਬਣੀਏ। ਅਸੀਂ ਵੀ ਉਹ ਪਸਤਾ ਪ੍ਰਾਪਤ ਕਰੀਏ ਜਿਹਦੀ ਖਾਤਰ ਸਾਨੂੰ ਇਹ ਦੇਹੀ ਮਿਲੀ ਹੈ। ਫੇਰ ਹੀ ਅਸੀਂ ਉਹਦੇ ਗੁਣ ਗੋਬਿੰਦ ਦੇ ਗਾਵਾਂਗੇ। ਪਰ ਅਸੀਂ ਤਾਂ ਆਪਦੇ ਹੀ ਗੁਣ ਗਵਾਈ ਜਾਂਦੇ। ਇਹ ਜਦ ਤੱਕ ਨਹੀਂ ਭਾਈ ਗਾਏ ਜਾਂਦੇ, ਜਦ ਤੱਕ ਆਤਮਾ ਪ੍ਰਾਤਮਾ ਦਾ ਦਰਸ਼ਨ ਨਹੀਂ ਕਰਦੀ। ਉਹਨੂੰ ਬਾਣੀ ਵਿੱਚ ਸਾਧ ਸੰਗਤ ਕਿਹਾ। ਜਦ ਤੱਕ ਅਸੀਂ ਮਨ ਨੂੰ ਸਾਧਦੇ ਨਹੀਂ, ਮੰਮਾ ਮਨ ਸਿਉ ਕਾਜ ਹੈ, ਮਨ ਸਾਧੇ ਸਿੱਧ ਹੋਈ। ਬਾਣੀ ਸਾਰੀ ਹੀ ਮਨ ਨੂੰ ਬਸ ਕਰਨ ਦੀ ਵਿਧੀ ਹੈ। ਇਹ ਤੋਂ ਅਨੇਕਾਂ ਸਾਖੀਆਂ ਧਾਰਨਾ ਬਣ ਕੇ ਅਸੀਂ ਗੁਰੂ ਤੋਂ ਦੂਰ ਹੋ ਗਏ। ਅਸੀਂ ਗੁਰੂ ਨੂੰ ਨਹੀਂ ਛੱਡਣਾ, ਬਾਣੀ ਨਹੀਂ ਛੱਡਣੀ, ਸਾਨੂੰ ਕੋਈ ਕੁਛ ਕਹੀ ਜਾਏ। ਜੇ ਅਸੀਂ ਬਾਣੀ ਛੱਡਤੀ, ਸਾਨੂੰ ਕਾਲ ਨੇ ਨਹੀਂ ਛੱਡਣਾ ਹੈਗਾ। ਐਸੇ ਗੁਰ ਕੋ ਬਲ ਬਲ ਜਾਈਏ, ਆਪ ਮੁਕਤ ਮੋਹਿ ਤਾਰੇ। ਐਸੇ ਗੁਰ ਨੂੰ ਛੱਡਤਾ ਅਸੀਂ, ਫਿਰ ਕਾਲ ਲੈ ਜਾਊਗਾ। ਫਿਰ ਸਾਡਾ ਸੰਸਾਰ 'ਤੇ ਆਉਣ ਦਾ ਕੀ ਲਾਭ ਹੋਇਆ। ਦੀਨ ਗਵਾਇਆ ਦੁਨੀ ਸਿਉ ਦੁਨੀ ਨ ਚਾਲੀ ਸਾਥ, ਪਾਉ ਪਹਾੜਾ ਮਾਰਿਆ ਗਾਫਲ ਆਪਣੇ ਹੱਥ। ਆਪਦਾ ਘਰ ਅਸੀਂ ਆਪ ਹੀ ਖਰਾਬ ਕਰ ਲਿਆ। ਫਿਰ ਨਹੀਂ, ਅਸੀਂ ਗੁਰ ਸ਼ਬਦ ਦੀ ਕਮਾਈ ਕਰਕੇ ਇਹ ਜੀਵਨ ਸਮਾਰਨਾ, ਆਪਾਂ ਸਦੀ ਵਾਰ ਸਤਿਗੁਰਾਂ ਦੇ ਵਚਨ ਲੈ ਲੈਂਦੇ ਹਾਂ। ਆਪਣ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਏ। ਦੂਆ ਦੇ ਵਿੱਚ ਕੋਈ ਦਖਲਅੰਦਾਜ਼ੀ ਨਹੀਂ ਕਰਦਾ। ਜੇ ਮਨ ਮੰਨਦਾ ਹੀ ਨਹੀਂ ਗਾ, ਮੰਨੇ ਪਾਵੇ ਮੋਖ ਦੁਆਰ, ਮੰਨੇ ਪਰਵਾਰੇ ਸੁਧਾਰ, ਮੰਨੇ ਤਰੇ ਤਾਰੇ ਗੁਰਸਿੱਖ। ਜਿਹੜੇ ਮੰਨ ਲੈਂਦੇ ਨੇ, ਪਹਿਲਾਂ ਸੁਣਦੇ ਨੇ, ਸਮਝਦੇ ਨੇ, ਜਦੋਂ ਗਿਆਨ ਹੋ ਜਾਂਦਾ ਫਿਰ ਮਨ ਮੰਨ ਜਾਂਦਾ ਹੈ, ਦੂਈ ਅਵਸਥਾ ਚੱਲਿਆ ਜਾਂਦਾ ਹੈ। ਇਹ ਸੁਣਨ ਦੀ ਵਿਧੀ ਹੈ। ਗੁਰੂ ਵੱਡਾ, ਗੁਰੂ ਨੂੰ ਸੁਣਨਾ ਚਾਹੀਦਾ। ਇਸ ਦਾ ਗੁਰੂ ਨੂੰ ਉਪਦੇਸ਼ ਕਰਨ ਲੱਗ ਜਾਂਦੇ। ਅਵਰ ਉਪਦੇਸੇ ਆਪ ਨਾ ਕਰੇ, ਆਵਤ ਜਾਵਤ ਜਨਮੇ। ਫਿਰ ਇਹਦਾ ਜੰਮਣ ਮਰਨ ਨਹੀਂ ਮੁੱਕਣਾ ਭਾਈ, ਜੇ ਅਸੀਂ ਗੁਰੂ ਨੂੰ ਉਪਦੇਸ਼ ਕਰਦੇ ਰਹੇ। ਗੁਰੂ ਦਾ ਉਪਦੇਸ਼ ਤਾਂ ਅਸੀਂ ਗ੍ਰਹਿਣ ਕਰਨਾ ਹੈ। ਬਾਣੀ ਨੂੰ ਸਤ ਕਰਕੇ ਮੰਨਣਾ ਹੈ। ਸੁਣੀਏ ਦੁੱਖ ਪਾਪ ਕਾ ਨਾਸ। ਜੇ ਸਾਡੇ ਸੁਣਨ ਨਾਲ ਹੀ ਦੁੱਖ ਪਾਪਾਂ ਦਾ ਨਾਸ ਹੋ ਜਾਵੇ ਤਾਂ ਹੋਰ ਸਾਨੂੰ ਕੀ ਚਾਹੀਦਾ ਵਾ। ਅਸੀਂ ਦਰ ਦਰ ਭਟਕਦੇ ਫਿਰਦੇ ਹਾਂ, ਦੁੱਖਾਂ ਦਾ ਪਹਾੜ ਫੇਰ ਟੁੱਟ ਪੈਂਦਾ ਹੈ। ਅੱਗੇ ਆ ਜਾਣਾ ਆਪਾਂ ਨੂੰ ਸਤਿਗੁਰਾਂ ਦੇ ਵਚਨ ਨਵੇਂ ਪਾਤਸ਼ਾਹ ਦੇ ਆ ਜਾਣੇ ਆ। ਯਤਨ ਬਹੁਤ ਸੁੱਖ ਕੇ ਕੀਓ, ਦੁੱਖੋ ਕੀਓ ਨਾ ਕੋਈ। ਦੁੱਖ ਦਾ ਤਾਂ ਕੋਈ ਵੀ ਨਹੀਂ ਕਰਦਾ। ਸਾਰੇ ਸੁੱਖਾਂ ਦੇ ਕਰਦੇ ਆਪਾਂ, ਦੁੱਖ ਕਿਉਂ ਆ ਜਾਂਦਾ ਹੈ। ਦੁੱਖ ਸੁਖ ਪ੍ਰਭ ਦੇਵਨ ਹਾਰ, ਅਬਰ ਤਿਆਗ ਤੋਂ ਤਿਸੇ ਚਤਾਰ। ਪਰ ਸਾਨੂੰ ਗਿਆਨ ਇਹ ਨਹੀਂ ਕਿਵੇਂ ਚਤਾਰੀਏ, ਉਹਨੂੰ ਕਿਵੇਂ ਵਿਚਾਰੀਏ। ਅਸੀਂ ਤਾਂ ਗੁਰੂ ਹੀ ਛੱਡਤਾ। ਸੁਣੀਏ, ਸੁਣ ਨੇ ਸਾਡਾ ਜੀਵਨ ਬਦਲ ਜਾਣਾ ਹੈ। ਸੁਣ ਤੋਂ ਬਾਅਦ ਫਿਰ ਜੋ ਮਨ ਨੂੰ ਸਮਝ ਆਉਂਦੀ ਹੈ, ਫਿਰ ਇਹ ਮੰਨਦਾ ਵਾ। ਮੰਨੇ ਪਾਵੇ ਮੋਖ ਦੁਆਰ, ਸਤਿਗੁਰਾਂ ਦੇ ਵਚਨ ਨੇ। ਮੋਖ ਦੁਆਰ ਅੰਦਰ ਹੀ ਆਪਣੀ ਮੂਲ ਦਾ ਹਰ ਦਾ ਦਰਸ਼ਨ ਕਰ ਲੈਂਦਾ ਵਾ। ਉਹੀ ਤਾਂ ਗਤੀ ਹੈ ਇਹਦੀ। ਅਸੀਂ ਸਰੀਰ ਦੀ ਗਤੀ ਕਰੀ ਜਾਂਦੇ। ਜਿੰਨੇ ਧਰਮ ਕਰਮ ਕਰਦੇ ਹਾਂ ਸਾਰੇ ਉਹ ਸਰੀਰ ਕਰਕੇ ਕਰਦੇ ਹਾਂ। ਆਪਾਂ ਗੁਰਬਾਣੀ ਦੇ ਅਨੁਸਾਰ ਹੀ ਚੱਲਣਾ, ਬਾਣੀ ਨੂੰ ਸਤ ਕਰਕੇ ਮੰਨਣਾ। ਫਿਰ ਸਾਨੂੰ ਸਮਝ ਆਉਣੀ ਹੈ, ਨਹੀਂ ਸਮਝ ਆਉਣੀ, ਸਾਡਾ ਸਮਾਂ ਹੀ ਨਿਕਲ ਜਾਣਾ। ਹੂੰ ਆਇਆ ਦੂਰੋਂ ਚੱਲ ਕੇ, ਤੱਕੀ ਤੋਂ ਸਰਣਾਏ ਜੀਓ। ਮੈਂ ਆਸਾ ਰੱਖੀ ਚਿੱਤ ਮੈਂ, ਮੇਰਾ ਸਭੋ ਦੁੱਖ ਗਵਾਏ ਜੀਓ। ਹੁਣ ਸਾਰੇ ਦੁੱਖਾਂ ਦਾ ਆਪਾਂ ਛੁਟਕਾਰਾ ਪਾਉਣਾ ਵਾ। ਦੁੱਖ ਤਾਂ ਇਹਨੂੰ ਉਹਦਾ ਹੀ ਹੈ, ਪਰ ਇਹਨੂੰ ਸਮਝ ਨਹੀਂ ਆ ਰਹੀ। ਨਰ ਚਾਹਤ ਕੁਛ ਔਰੇ ਕੀ ਔਰੇ ਪਈ, ਚਿਤਵਤ ਰਹੇ ਠਕੋਰ ਨਾਨਕ ਫਾਂਸੀ ਗਲ ਭਰੀ। ਜਨ ਜਮ ਫੜ ਕੇ ਫੇਰ ਲੈ ਜਾਂਦੇ। ਸਮਾਂ ਨਿਕਲ ਜਾਂਦਾ ਵਾ। ਦੁੱਖ ਤਾਂ ਆਪਦੇ ਮੂਲ ਨੂੰ ਵਿਛੜੀ ਆਤਮਾ ਭਟਕਦੀ ਫਿਰਦੀ ਹੈ। ਹੁਣ ਇਹਦੀ ਗਤੀ ਹੋਣੀ ਅਸੀਂ ਸਰੀਰ ਦੀ ਕਰੀ ਜਾਂਦੇ। ਸਾਰੇ ਜਿੰਨੇ ਗੁਰੂ ਭਗਤ ਸਾਹਿਬਾਨਾਂ ਨੇ ਸਾਨੂੰ ਸਮਝਾਇਆ, ਉਹਦੇ ਉਲਟ ਕੰਮ ਕਰ ਰਹੇ ਹਾਂ ਅਸੀਂ ਸਾਰੇ। ਫਿਰ ਸਾਨੂੰ ਆਤਮ ਸੁੱਖ ਕਿਵੇਂ ਮਿਲੂਗਾ? ਸਾਡੀ ਗਤੀ ਕਿਵੇਂ ਹੋਊਗੀ? ਉਹਦੇ ਗੁਣ ਕਿਵੇਂ ਗਾਵਾਂਗੇ?
ਬਾਣੀ ਤਾਂ ਸਾਰੇ ਉਹਦੇ ਗੁਣ ਗਾਉਂਦੀ ਆ, ਅਸੀਂ ਆਪਦੇ ਹੀ ਗਵਾਉਣ ਲੱਗ ਜਾਂਦੇ। ਆਪ ਜਪੇ ਅਵਰੇ ਨਾਮ ਜਪਾਵੇ, ਪਹਿਲਾਂ ਤਾਂ ਆਪ ਪ੍ਰਾਪਤੀ ਕਰਨੀ ਹੈ, ਫਿਰ ਦੂਏ ਨੂੰ ਸਮਝਾਉਣਾ। ਨਹੀਂ, ਜਦ ਤੱਕ ਅਸੀਂ ਆਪਦੇ ਘਰ ਪਹੁੰਚਦੇ ਨਹੀਂ, ਉਹਦਾ ਜਸ ਨਹੀਂ ਕਰਦੇ, ਅਸੀਂ ਗੁਨਾਹਗਾਰ ਹੈ। ਪੜ੍ਹਿਆ ਹੋਵੇ ਗੁਨਾਹਗਾਰ ਤਾਂ ਓਮੀ ਸਾਧਨਾ ਮਾਰੀਏ। ਜਿਹੜੇ ਪੜ੍ਹੇ ਹੋਏ ਧਰਮ ਦੇ ਨਾਂ 'ਤੇ ਗਲਤ ਰਾਹ ਪਾ ਰਹੇ ਆ, ਸਜ਼ਾ ਦੇ ਹੱਕਦਾਰ ਨੇ, ਉਹ ਕੁਦਰਤ ਜਾਣਦੀ ਹੈ। ਤਿਲ ਮਾਸਾ ਨਾ ਘਟਾ ਬਣਿਆ। ਭਗਤ ਕਬੀਰ ਜੀ ਕਹਿੰਦੇ ਆ, ਸਾਡਾ ਜਿਹੜਾ ਲੇਖਾ ਤਿਲ ਜਿੰਨਾ ਵੀ ਨਹੀਂ ਘਟਦਾ, ਵੱਧ ਜਾਂਦਾ ਵਾ। ਆਓ ਸਾਰੇ ਮਿਲ ਕੇ ਆਪਾਂ ਵੀ ਉਹ ਗੋਬਿੰਦ ਦੇ ਗੁਣ ਗਾਈਏ, ਆਪਾਂ ਵੀ ਇਹ ਪ੍ਰਾਪਤੀ ਕਰੀਏ, ਸਮਝੀਏ ਇਹਨੂੰ। ਇਹੀ ਜਪ ਹੈ, ਇਹ 'ਚੋਂ ਗਿਆਨ ਪੈਦਾ ਹੋਊਗਾ। ਗਿਆਨ ਹੀ ਫਿਰ ਧਿਆਨ ਹੈ। ਜਿਨੀ ਨਾਮ ਧਿਆਇਆ ਗਏ ਮਸਕਤ ਕਾਲ। ਜਿਹੜੇ ਮਨ ਦੇ ਅੰਦਰ ਕਲਪਨਾ ਸੀ, ਭੈ ਸੀ, ਦੁੱਖ ਸੀ, ਸਾਰੇ ਦੂਰ ਹੋ ਜਾਂਦੇ ਨੇ ਇਹ ਗਿਆਨ ਨਾਲ। ਇਹ ਐਸਾ ਗਿਆਨ ਹੈ, ਆਪਾਂ ਆਸਾ ਦੀ ਵਾਰ ਸਤਿਗੁਰਾਂ ਦੇ ਵਚਨ ਲੈ ਲੈਂਦੇ। ਬਲਿਹਾਰੀ ਗੁਰ ਆਪਣੇ ਦਿਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ। ਇਹ ਐਸਾ ਗਿਆਨ ਹੈ, ਸਾਡਾ ਜੀਵਨ ਹੀ ਬਦਲ ਦਿੰਦਾ ਹੈ। ਕਿੰਨਾ ਵੀ ਮਨੁੱਖ ਇਹ ਜੀਵ ਬੁਰਾ ਹੋਵੇ, ਇਹ ਬਾਣੀ ਨੂੰ ਦੇਵਤਾ ਬਣਾ ਦਿੰਦੀ ਹੈ। ਸਾਰੇ ਪਹਿਲਾਂ ਅਸੀਂ ਇਹੋ ਜਿਹੇ ਹੀ ਹੁੰਦੇ ਹਾਂ, ਸਾਰੇ ਮਲੀਨ ਹੁੰਦੇ ਹਾਂ। ਮਲੀਨ ਕਰਕੇ ਤਾਂ ਸਾਨੂੰ ਜਨਮ ਮਿਲਦਾ ਵਾ। ਇਹ ਗੁਰ ਕੇ ਸ਼ਬਦ ਦੇ ਗਿਆਨ ਨਾਲ ਉਹੀ ਮਨੁੱਖ ਫਿਰ ਦੇਵਤਾ ਬਣ ਜਾਂਦਾ ਹੈ। ਉਹੀ ਸਤਿਗੁਰ ਸਮਝਾਉਂਦੇ ਨੇ ਪਹਿਲੀ ਪਾਤਸ਼ਾਹੀ ਆਸਾ ਦੀ ਵਾਰ 'ਚ। ਦੂਜੀ ਪੌੜੀ ਸਤਿਗੁਰ ਕੀ ਸਮਝਾ ਰਹੇ ਨੇ? ਜੇ ਸੋ ਚੰਦਾ ਉਗਵੇ ਸੂਰਜ ਚੜੇ ਹਜ਼ਾਰ, ਇੱਥੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਇਹ ਗੁਰ ਗਿਆਨ ਤੋਂ ਬਿਨਾਂ ਆਪਣੇ ਅੰਦਰ ਭਾਈ ਹਨੇਰਾ ਹੀ ਰਹੂਗਾ। ਇਹੀ ਤਾਂ ਭਰਮ ਹੈ, ਇਹੀ ਤਾਂ ਜਮ, ਇਹੀ ਤਾਂ ਛੱਡਦਾ ਨਹੀਂ ਸਾਨੂੰ। ਗੁਰਬਾਣੀ ਜਗ ਮੈਂ ਚਾਨਣ ਕਰਮ ਬਸੇ ਮਨ ਆਏ। ਇਹ ਐਸਾ ਪ੍ਰਗਾਸ ਹੈ, ਜੇ ਕਿਸੇ ਦੇ ਕਿਣਕਾ ਮਾਤਰ ਅੰਦਰ ਪੈਦਾ ਹੋ ਜੇ, ਉਹਦਾ ਸੰਸਾਰ ਦਾ ਜੰਮਣ ਮਰਨ ਹੀ ਕੱਟਿਆ ਜਾਂਦਾ ਹੈ। ਉਹਨੂੰ 3 ਲੋਕਾਂ ਦਾ ਗਿਆਨ ਹੋ ਜਾਂਦਾ ਹੈ। ਉਸ ਤੋਂ ਬਾਅਦ ਉਹਦੀ ਭਗਤੀ ਸ਼ੁਰੂ ਹੁੰਦੀ ਹੈ ਨਾਮ ਦੀ। ਇਹ ਨਾਮ ਪਹਿਲਾਂ ਹੀ ਪ੍ਰਾਪਤ ਕਰੀ ਬੈਠਾ ਵਾ। ਇਹ ਸਾਡੀ ਅਗਿਆਨਤਾ ਹੈ ਜੈ ਸਾਰੀ, ਜਾਨੂੰ ਸਮਾਂ ਆ ਜਾਂਦਾ ਵਾ। ਜੇ ਸੋ ਚੰਦਾ ਉਗਵੇ ਸੂਰ ਚੜੇ ਹਜ਼ਾਰ, ਇੱਥੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਜਿਹੜੇ ਅਸੀਂ ਅੱਖਾਂ ਨਾਲ ਦਰਸ਼ਨ ਭਾਲਦੇ ਸੀਗੇ, ਗੁਰੂ ਸਾਹਿਬ ਨੇ, ਗੁਰੂ ਅੰਗਦ ਦੇਵ ਜੀ ਜਦੋਂ ਮਿਲਾਪ ਹੋਇਆ, ਐਸਾ ਗਿਆਨ, ਐਸਾ ਪ੍ਰਗਾਸ ਵਿਚਾਰ ਨਾਲ ਪੈਦਾ ਹੋਇਆ, ਅੰਗਦ ਦੇਵ ਜੀ ਨੂੰ ਦਰਸ਼ਨ ਹੋ ਗਿਆ ਉਹੀ ਭਗਵਤੀ ਦਾ। ਆਪਾਂ ਵੀ ਕਰਨਾ ਵਾ, ਫੇਰ ਹੀ ਉਹਦੇ ਗੁਣ ਗਾਵਾਂਗੇ ਅਸੀਂ। ਇਹੀ ਭਗਵਤੀ ਮੱਤ ਹੈ। ਪਹਿਲਾਂ ਅਸੀਂ ਜਿਹੜੇ ਅੱਖਾਂ ਨਾਲ ਦੇਖਦੇ ਹਾਂ ਉਹ ਬਾਹਰਲੇ ਰੂਪ ਨੇ, ਅਸਲੀ ਰੂਪ ਇਹਦਾ ਇਹ, ਉਹ ਨਿਰਾਕਾਰ ਹੈ, ਅੱਖਾਂ ਕੰਨਾਂ ਦਾ ਵਿਸ਼ਾ ਨਹੀਂ ਹੈਗਾ। ਇਹ ਸਾਰਿਆਂ ਨੇ ਮਿਲ ਕੇ ਆਪਾਂ ਵਿਚਾਰਨੀ ਹੈ, ਫਿਰ ਸਾਨੂੰ ਇਹ ਅਵਸਥਾ ਪ੍ਰਾਪਤ ਹੋਣੀ। ਸਤਿਗੁਰ ਸਮਝਾਉਂਦੇ ਨੇ, ਜਿਹਵਾ ਗੁਣ ਗੋਬਿੰਦ ਭਜੋ ਕਰਨ ਸੁਨੋ ਹਰ ਨਾਮ, ਕਹੋ ਨਾਨਕ ਸੁਨ ਰੇ ਮਨਾ ਪਰੇ ਨਾ ਜਮ ਕੇ ਤਾਂ। ਜੇ ਜਮਾਂ ਤੋਂ ਬਚਣਾ ਭਾਈ, ਸੰਸਾਰ ਤੋਂ ਖਹਿੜਾ ਛਡਾਉਣਾ ਵਾ, ਤਾਂ ਫਿਰ ਆਪਾਂ ਨੂੰ ਗੁਰ ਸ਼ਬਦ ਦੀ ਕਮਾਈ ਕਰਨੀ ਪਊਗੀ। ਆਪਾਂ ਸਤਿਗੁਰਾਂ ਦੇ ਵਚਨ ਲੈ ਲੈਣੇ। ਤਿਸੇ ਸਰੇਵੋ ਪ੍ਰਾਣੀਓ ਜਿਸ ਦੇ ਨਾਮ ਪੱਲੇ, ਇੱਥੇ ਰਹੋ ਸਹੇਲਿਆਂ ਅੱਗੇ ਨਾਲ ਚੱਲੇ। ਸਤਿਗੁਰ ਸਮਝਾਉਂਦੇ ਨੇ, ਹੇ ਜੀਵ, ਜਿਹੜੇ ਧਰਮ ਗ੍ਰੰਥ 'ਚੋਂ, ਜਿਹੜੇ ਧਰਮ 'ਚੋਂ, ਜਿਹੜੇ ਜਿਹੜੇ ਇਹ ਰਸਤੇ ਤੋਂ ਗਿਆਨ ਦਾ ਮਾਰਗ ਹੈ, ਜਿਹੜੇ 'ਚੋਂ ਸਾਨੂੰ ਗਿਆਨ ਪ੍ਰਾਪਤ ਨਹੀਂ ਹੁੰਦਾ, ਧਰਮ ਦੀ ਸਮਝ ਨਹੀਂ ਆਉਂਦੀ ਧਰਮ ਕੀ ਹੈ, ਜਿਹੜੇ ਰਸਤੇ 'ਤੇ ਚੱਲ ਕੇ ਅਸੀਂ ਹੁਣ ਤੱਕ ਆਏ ਹਾਂ, ਉਹ ਸਾਰੇ ਧਰਮ ਕਰਮ ਸਰੀਰ ਕਰਕੇ ਸੀਗੇ। ਇਹ ਐਸਾ ਐਸਾ ਰਸਤਾ ਹੈ ਗੁਰਮਤਿ ਮਾਰਗ, ਇਹ ਪ੍ਰਗਾਸ ਰੂਪ ਹੈ। ਜਿਵੇਂ ਜਿਵੇਂ ਗੁਰ ਸ਼ਬਦ ਨੂੰ ਅਸੀਂ ਵਿਚਾਰੀ ਜਾਵਾਂਗੇ, ਸਾਡੇ ਅੰਦਰ ਚਾਨਣ ਪੈਦਾ ਹੋ ਜਾਊ, ਰੋਸ਼ਨੀ ਪੈਦਾ ਹੋ ਜਾਊ। ਜਗਮਗ ਨੂਰ ਹੈ, ਸੇਵਕ ਸੂਰ ਹੈ। ਐਸਾ ਪ੍ਰਗਾਸ਼ ਹੈ, ਜੀਵਾਤਮਾ ਦਾ ਜੰਮਣ ਮਰਨ ਕੱਟਿਆ ਜਾਂਦਾ। ਆਪਾਂ ਪਿੱਛੇ ਹੀ ਵਿਚਾਰ ਕੀਤੀ ਆਸਾ ਦੀ ਵਾਰ, ਬਲਿਹਾਰੀ ਗੁਰ ਆਪਣੇ, ਐਸਾ ਗੁਰ ਸ਼ਬਦ ਦਾ ਗਿਆਨ ਹੈ ਇਹ। ਇਹਨੂੰ 4 ਲੋਕਾਂ ਦਾ ਚਾਨਣ ਹੋ ਜਾਂਦਾ। ਆਤਮਾ ਪ੍ਰਾਤਮਾ ਇੱਕੋ ਕਰੇ, ਅੰਤਰ ਕੀ ਦੁਵਿਧਾ, ਅੰਤਰ ਮਰੇ। ਜਿਨ੍ਹਾਂ ਨੂੰ ਇਹ ਹੋ ਜਾਂਦਾ ਹੈ, ਉਹਨਾਂ ਦਾ ਸੰਸਾਰ 'ਚੋਂ ਛੁਟਕਾਰਾ ਹੋ ਜਾਂਦਾ। ਅਸੀਂ ਵੀ ਇਹ ਪ੍ਰਾਪਤੀ ਕਰਨੀ ਹੈ। ਜੇ ਬਾਗੁਣ ਗੋਬਿੰਦ ਭਜੋ ਕਰਨ ਸੁਨੋ ਹਰ ਨਾਮ। ਪਿੱਛੇ ਆਪਾਂ ਸੁਖਮਨੀ ਸਾਹਿਬ ਸਤਿਗੁਰਾਂ ਦੇ ਵਿਚਾਰ ਲਏ ਸੀਗੇ।
ਨਿਦ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਬਸਰਾਮ। ਸੁੰਨ ਸਮਾਧ, ਜਦੋਂ ਮਨ ਸੁੰਨ ਸਮਾਧੀ ਹੋ ਜਾਂਦਾ ਹੈ, ਮਤਲਬ ਭਾਵ ਸੁੰਨ, ਸ਼ਾਂਤ ਹੋ ਕੇ ਬਹਿ ਜਾਂਦਾ ਹੈ। ਕਹੀ ਨਾ ਜਾਈਏ ਚਰਜ ਬਸਮਾਦ। ਇਹ ਐਸੀ ਭਗਤੀ ਹੈ ਜੋ ਇਹ 'ਤੇ ਚੱਲਦੇ ਨੇ ਉਹ ਹੈਰਾਨ ਹੋ ਜਾਂਦੇ ਨੇ। ਜਦੋਂ ਵੀ ਇਹਦੀ ਵਿਚਾਰ ਕਿਤੇ ਵੀ ਹੁੰਦੀ ਹੈ ਸੰਸਾਰ 'ਚ, ਗੁਰਸਿੱਖ ਕਰਦੇ ਨੇ, ਸਾਰਿਆਂ ਨੂੰ ਹੈਰਾਨ ਕਰਨ ਵਾਲੀ ਹੁੰਦੀ ਹੈ। ਆਪਾਂ ਸੁਖਮਨੀ ਸਾਹਿਬ ਸਤਿਗੁਰਾਂ ਦੇ ਵਚਨ ਲੈ ਲੈਂਦੇ ਹਾਂ। ਅਗੰਮ ਅਗਾਧ ਪਾਰ ਬ੍ਰਹਮ ਸੋਏ, ਜੋ ਜੋ ਕਹੇ ਸੋ ਮੁਕਤਾ ਹੋਏ। ਸੁਨ ਮੀਤਾ ਨਾਨਕ ਬਿਨਵੰਤਾ, ਸਾਧ ਜਨਾਂ ਕੀ ਅਚਰਜ ਕਥਾ ਹੈ। ਅਸੀਂ ਮਾਇਆ ਨਾਲ ਰਲ ਗੱਡ ਕਰਕੇ ਇਹਨੂੰ ਐਸਾ ਪੇਸ਼ ਕੀਤਾ ਮਨ ਸ਼ੈਤਾਨ ਨੇ, ਇਹਦੀ ਜਿਹੜੀ ਅਚਰਜਤਾ ਸੀ, ਜਿਹੜਾ ਅਸੀਂ ਹੈਰਾਨ ਹੋਣਾ ਸੀ, ਸਾਡਾ ਮੋਹ ਦਾ ਜਾਲ ਕੱਟਿਆ ਜਾਣਾ ਸੀ, ਉਹ ਹੋਰ ਅਸੀਂ ਵੱਡਾ ਬਣਾ ਲਿਆ, ਜੰਜਾਲ ਬਣਾ ਲਿਆ। ਸਾਡੇ ਗਲ 'ਚ ਹੀ ਪਿਆ। ਕਿਹਦੇ ਪਿਆ ਫਿਰ? ਕੀ ਖੱਟਿਆ ਅਸੀਂ? ਐਸੀ ਕਲਾ ਨਾ ਖੇਡੀਏ ਜਦ ਦਰਗੇ ਗਿਆ ਹਾਰੀਏ। ਆਸਾ ਦੀ ਆਵਾਜ਼ ਸਤਿਗੁਰ ਸਮਝਾਉਂਦੇ, ਭਾਈ ਐਸਾ ਕੰਮ ਕੋ ਨਾ ਕਰੀਏ ਜਿਹੜਾ ਸਾਨੂੰ ਅੱਗੇ ਜਾ ਕੇ ਸਿਰ ਨੀਵਾਂ ਕਰਨਾ ਪਵੇ। ਫਰੀਦਾ ਜਿੰਨੀ ਕਮੀ ਨਾਹੀ ਗੁਣ, ਸੇ ਕਮੜੇ ਵਿਸਾਰ। ਮਤ ਸ਼ਰਮਿੰਦਾ ਥੀਵੀਂ ਸਾਈਂ ਦੇ ਦਰਬਾਰ। ਉਹ ਸਾਈਂ ਦੇ ਦਰਬਾਰ, ਸੱਚੇ ਦਰਬਾਰ ਦੇ ਵਿੱਚ ਜਾ ਕੇ ਸਾਨੂੰ ਸਿਰ ਨੀਵਾਂ ਕਰਨਾ ਪਵੇ। ਐਸੇ ਕੰਮ ਨਹੀਂ ਕਰਨੇ ਚਾਹੀਦੇ। ਹਸਤ ਖੇਲਤ ਤੇਰੇ ਦੁਹੇਰੇ ਆਇਆ, ਭਗਤੀ ਕਰਤਨਾਮਾ ਪਕੜ ਉਠਾਇਆ। ਇਹ ਐਸੀ ਭਗਤੀ ਹੈ ਭਾਈ, ਜਿਹੜੇ ਗੁਰਸਿੱਖ ਸੰਗਤ 'ਤੇ ਚੱਲੂਗੀ, ਗੁਰ ਸ਼ਬਦ ਦੀ ਕਮਾਈ ਕਰੂਗੀ, ਉਹਨੂੰ ਪ੍ਰਾਪਤੀ ਹੋਊਗੀ। ਐਸਾ ਟਾਈਮ ਆ ਜਾਊਗਾ, ਵਿਚਾਰ ਕਰਦੇ ਕਰਦੇ ਤੁਸੀਂ ਆਪਣੇ ਘਰ ਪਹੁੰਚ ਜਾਓਗੇ, ਤੁਹਾਨੂੰ ਪਤਾ ਹੀ ਨਹੀਂ ਲੱਗਣਾ। ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੇ ਤਾਰੇ, ਉਸ ਸਿਰਜਣਹਾਰ ਦੇ ਚਰਨਾਂ 'ਚ ਪਹੁੰਚ ਜਾਵਾਂਗੇ ਅਸੀਂ। ਆਪਾਂ ਆਸਾ ਦੀ ਵਾਰ ਦੇ ਪੌੜੀ ਸਤਿਗੁਰਾਂ ਦੇ ਵਚਨ ਲੈ ਲੈਂਦੇ ਹਾਂ। ਇਹ ਕਿਨਹੀ ਦਾਤ ਆਪਸ 'ਤੇ ਜੋ ਪਾਈਏ, ਨਾਨਕ ਸਾਕਰ ਮਾਦ ਸਹਿਬ ਤੁਠੇ ਸੋ ਵੇਲੇ। ਇਹ ਐਸੀ ਦਾਤ ਹੈ, ਇਹ ਉੱਥੋਂ ਹੀ ਮਿਲਦੀ ਹੈ ਭਾਈ। ਦਾਤੇ ਦਾਤ ਰੱਖੀਅਤ ਆਪਣੇ, ਜਿਸ ਭਾਵੇ ਤਿਸ ਦੇ, ਇਹਨੂੰ ਕੋਈ ਨਹੀਂ ਦੇ ਸਕਦਾ, ਇਸ ਕੋਈ ਦਖਲਅੰਦਾਜ਼ੀ ਨਹੀਂ ਕਰ ਸਕਦਾ। ਇਕਸ ਪਿਤਾ ਇਕਸ ਕੇ ਹਮ ਬਾਰਕ, ਸਾਰੀ ਇੱਕਾਂ ਪੁਰਖ ਸਵਾਈ ਨਾਲ ਸਾਰੇ ਉਹਦੇ ਆ। ਆਤਮਾ ਕਰਕੇ, ਸਰੀਰ ਕਰਕੇ ਸਾਡੇ ਸੰਸਾਰੀ ਰਿਸ਼ਤੇ ਨੇ। ਫਿਰ ਆਤਮਾ ਦੇ ਆਪਦੇ ਪ੍ਰਾਤਮਾ ਮੂਲ ਨਾਲ ਰਿਸ਼ਤਾ ਜਿਹੜਾ ਹੁੰਦਾ, ਉਹਨੂੰ ਸਮਝ ਲੈਂਦੀ ਹੈ ਬੁੱਧੀ, ਉਹ ਸਮਾ ਜਾਂਦੀ ਹੈ। ਆਓ ਸਾਰੇ ਮਿਲ ਕੇ ਆਪਾਂ ਇਹਨੂੰ ਵਿਚਾਰਦੇ ਰਹੀਏ, ਇਹ 'ਚੋਂ ਗਿਆਨ ਪੈਦਾ ਹੋਊਗਾ। ਅਸੀਂ ਵੀ ਉਹ ਅਵਸਥਾ ਪ੍ਰਾਪਤ ਕਰਨੀ ਹੈ ਜਿਹੜੇ ਸਤਿਗੁਰ ਨੌਵੇਂ ਪਾਤਸ਼ਾਹ ਆਪਾਂ ਨੂੰ ਸਮਝਾ ਰਹੇ ਨੇ। ਜਿਹਵਾ ਗੁਣ ਗੋਬਿੰਦ ਭਜੋ ਕਰਨ ਸੁਨੋ ਹਰਨਾਮ। ਸਾਨੂੰ ਵੀ ਉਹ ਅਵਸਥਾ ਪ੍ਰਾਪਤ ਹੋਵੇ, ਅਸੀਂ ਵੀ ਉਹ ਹਰਨਾਮ ਨੂੰ ਸੁਣੀਏ, ਆਪਦੇ ਘਰ ਪਹੁੰਚੀਏ। ਕਹੋ ਨਾਨਕ ਸੁਣ ਰੇ ਮਨ, ਪਰੇ ਨਾ ਜਮ ਕੇ ਤਾਂ। ਇਹ ਐਸਾ ਮਾਰਗ ਹੈ ਭਾਈ, ਜਿਹੜੇ ਮਾਰਗ 'ਤੇ ਚੱਲਦੇ ਨੇ ਜਮ ਉਹਨੂੰ ਸੁਣਦਾ ਵੀ ਨਹੀਂ ਹੈਗਾ। ਆਪਾਂ ਸਤਿਗੁਰਾਂ ਦੇ ਵਚਨ ਲੈ ਲੈਂਦੇ ਹਾਂ। ਹਰ ਹਰ ਨਾਮ ਜਪੰਤਿਆਂ ਕਿਸ ਨਾ ਕਹੇ ਜਮਕਾਲ, ਨਾਨਕ ਮਨ ਤਨ ਸੁਖੀ ਹੋਏ ਅੰਤੇ ਮਿਲੇ ਗੋਪਾਲ। ਆਓ ਸਾਰੇ ਮਿਲ ਕੇ ਆਪਾਂ ਗੁਰਬਾਣੀ ਨੂੰ ਵਿਚਾਰੀਏ, ਸਾਡਾ ਵੀ ਸੰਸਾਰ 'ਤੇ ਆਉਣਾ ਸਫਲ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।